PM7 न्यूज़ चैनल देखने वाले दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਰਿਪੋਰਟਰ ਗੁਰਪ੍ਰੀਤ ਸੰਧੂ ਦੇ ਨਾਲ। ट्रांसपोर्ट मंत्री अमरिंदर सिंह राजा वड़िंग के दिशा निर्देशों ते पूरे पंजाब के बस अड्डे ते वर्कशापां विच अज सफाई मुहिम चलाई गई। इस लड़ी तहत अज श्री मुक्तसर साहिब के बस अड्डा विच भी सफाई मुहिम शुरू की गई। इस समय पंजाब रोडवेज के वर्कर अते बस अड्डा ठेकेदारां ने मिल के बस अड्डे की सफाई की। इस सफाई मुहिम विच विभाग तो इलावा नगर कौंसल के प्रधान शम्मी तेरिया, यूथ कांग्रेस जनरल सकत्तर सिमरनजीत सिंह भीना बराड़ अते बस अड्डा ठेकेदार गुरमेल सिंह थांदेवाला भी मौजूद रहे। इस समय पंजाब रोडवेज मुक्तसर डिपू के जनरल मैनेजर सुरिंदर सिंह चहल ने दस्सिया कि अज मानयोग ट्रांसपोर्ट मंत्री अमरिंदर सिंह राजा वड़िंग वालों पूरे पंजाब के बस अड्डा ते डिपूआं में सफाई मुहिम शुरू की गई। खुद मानयोग कैबिनेट मंत्री ने लुधियाना विखे इस मुहिम की शुरुआत की है। इस तरह जे असी बस अड्डे की सफाई करवा रहे हाँ अते अज ही नहीं असी अपना लगातार शेड्यूल जारी रखांगे। उन्होंने कहा कि पंजाब सरकार वालों प्राइवेट बस ऑपरेटर अते बेरोजगार नौजवानों लिए परमिट की सहूलत दी गई है। 7 अक्तूबर तक व्यक्ति अप्लाई कर सकते हैं। यह भी सरकार का एक वधिया उपराला है। इस समय बस अड्डा ठेकेदार गुरमेल सिंह थांदेवाल ने कहा कि यह बस अड्डा उस समय वाटर सप्लाई लई लोहे दी पाइपां पाईयां गई सन। अज तक सरकार वालों इसकी मुरम्मत नहीं करवाई गई है। उन्हां दी रिपेयर की जरूरत है अते 2018 तो पहला इन्हां इत्थे बने बाथरूमां नूं कंडम करार दिता गया है, पर फिर भी रिपेयर करके चला रहे हाँ। इस समय नगर कौंसल के प्रधान कृष्ण कुमार शम्मी तेरिया ने आख्या कि ट्रांसपोर्ट मंत्री राजा वड़िंग का यह बहुत वधिया उपराला है। इस नाल बस अड्डे का सुधार होवेगा। असी भी जल्दी ही सफाई विच शहर की सफाई विच मुहिम नगर कौंसल वालों शुरू करवा देवांगे। स्पीकर का वेट आंदो बिठा वादा लिया बहुत वादा मैंने पता नहीं मैंने दसिया पता नहीं तुम जो आया कि मैंने 3 महीने में जितनी किस्त पर दुगनी भरते
ਦਿੰਦਾ। ਹੋਰ ਪਾਸ ਕਰੀਏ ਬੜੀਏ ਕੀ ਨਾਮ ਹੈ ਜੀ? ਗੁਰਮੇਲ ਸਿੰਘ ਜੀ। ਬੱਸ ਸਟੈਂਡ ਠੇਕਾ ਕਿੰਨੇ ਟਾਈਮ ਤੋਂ? ਸਾਡੇ ਕੋਲੇ ਸਨ 18 ਤੋਂ ਆ ਜੀ 23 ਤੱਕ। ਸਫਾਈ ਤੇ ਬਾਥਰੂਮ ਦਾ ਬੜਾ ਬੁਰਾ ਹਾਲ ਹੈ, ਟੁੱਟੀਆਂ ਪਈਆਂ, ਟਾਇਲਟ ਟੁੱਟੇ ਪਏ ਆ। ਕੀ ਕਹਿੰਦੇ ਇਹ ਜਿਹੜਾ ਅੱਡਾ ਹੈ 2000 ਚ ਬਣਿਆ। 2000 ਤੋਂ ਬਾਅਦ 2021 ਆ ਗਿਆ। 2021 ਤੱਕ ਸਰਕਾਰ ਨੇ ਇਹਦੀ ਕੋਈ ਜਨਰਲ ਰਿਪੇਅਰ ਨਹੀਂ ਕਰਾਈ। ਜਿਹੜੀਆਂ ਉਸ ਵੇਲੇ ਪਾਈਪਾਂ ਪਾਈਆਂ ਗਈਆਂ ਸੀ ਉਹ ਲੋਹੇ ਦੀਆਂ ਪਾਈਪਾਂ ਪਾਈਆਂ ਗਈਆਂ ਸੀ। ਇਹਦੇ ਥੱਲੇ ਵਾਲਾ ਪਾਣੀ ਬਿਲਕੁਲ ਮਾੜਾ ਹੈ। ਟੂਟੀ ਦਾ ਪਾਣੀ ਜਦੋਂ ਆਉਂਦਾ ਉਹ ਤਾਂ ਠੀਕ ਹੈ, ਜਦੋਂ ਥੱਲੇ ਵਾਲਾ ਪਾਣੀ ਆਉਂਦਾ ਉਹ ਸਾਰੀਆਂ ਪਾਈਪਾਂ ਗਾਲ ਦਿੰਦਾ। 20 ਸਾਲਾਂ 'ਚ ਇਹ ਪਾਈਪਾਂ ਸੀ ਜਿੰਨੀਆਂ ਪਾਈਆਂ ਲੋਹੇ ਦੀਆਂ ਉਹ ਸਾਰੀਆਂ ਗਲ ਚੁੱਕੀਆਂ। ਅਸੀਂ ਇਹਨੂੰ ਟੈਂਪਰੇਰੀ ਤੌਰ ਤੇ ਜੋੜ ਕੇ ਚਲਾ ਰਹੇ ਹਾਂ। ਸਾਡੇ ਤੋਂ ਪਹਿਲਾਂ 18 ਤੋਂ ਪਹਿਲਾਂ ਇਹ ਜਿਹੜੇ ਬਾਥਰੂਮ ਹੈ ਇਹ ਕੰਡਮ ਕਰਾਰ ਦਿੱਤੇ ਗਏ ਆ, ਤੇ ਉਦੋਂ ਪਹਿਲਾਂ ਦੀ ਚਿੱਠੀ ਜਿਹੜੀ ਹੈ ਰੋਡਵੇਜ਼ GM ਸਾਹਿਬ ਨੇ ਲਿਖ ਕੇ ਉਹਨੂੰ ਭੇਜੀ ਹੈ, ਪਰ ਅੱਜ ਤੱਕ ਇਹਦੀ ਰਿਪੇਅਰ ਨਹੀਂ ਹੋਈ। ਇਸ ਤਰ੍ਹਾਂ ਦੇ ਹਾਲਾਤ ਕਿੰਨਾ ਟਾਈਮ ਰਹਿਣਗੇ ਤੁਹਾਨੂੰ ਲੱਗਦਾ?
ਇਹ ਜਲਦੀ ਰਿਪੇਅਰ ਹੋ ਜੂਗੀ ਇਹਨਾਂ ਦੀ, ਕਿਉਂਕਿ ਅਸੀਂ ਇਹਦਾ ਸਾਰਾ ਐਸਟੀਮੇਟ ਚਿੱਠੀਆਂ ਲਿਖ ਕੇ GM ਸਾਹਿਬ ਨੇ ਅਸੀਂ ਸਾਰੀਆਂ ਚਿੱਠੀਆਂ ਲਿਖ ਕੇ ਹੁਣ ਇਹਦਾ ਐਸਟੀਮੇਟ ਬਣਾ ਕੇ ਬਕਾਇਦਾ ਇਹਨੂੰ ਭੇਜਿਆ ਗਿਆ। ਤੇ ਜਲਦੀ ਜਦੋਂ ਸਾਡੇ ਮੰਤਰੀ ਜੀ ਇਸ ਜ਼ਿਲ੍ਹੇ ਦੇ ਹੈ, ਉਹ ਜਲਦੀ ਇਸ ਰਿਪੇਅਰ ਨਹੀਂ ਖਿਆਲ ਕਰਕੇ ਤੇ ਇਹ ਬੱਸ ਸਟੈਂਡ ਪਹਿਲਾਂ ਵਾਲਾ ਬੱਸ ਸਟੈਂਡ ਨਹੀਂ ਰਹਿਣਾ, ਜਿਵੇਂ ਨਵਾਂ ਬਣਿਆ ਹੁੰਦਾ ਬੱਸ ਸਟੈਂਡ ਮੰਤਰੀ ਜੀ ਇਸ ਤਰ੍ਹਾਂ ਬਣਾ ਦੇਣਗੇ। ਅੱਜ ਵੀ ਕਾਂਗਰਸੀ ਲੀਡਰ ਜਿਹੜੇ ਝਾੜੂ ਚੱਕੀ ਫਿਰਦੇ ਸੀ, ਪਰ ਤੁਹਾਡੇ ਮੁਲਾਜ਼ਮਾਂ ਵੱਲੋਂ ਕੋਈ ਸਫਾਈ ਨਹੀਂ ਕੀਤੀ ਜਾ ਰਹੀ। ਸਾਡੇ ਮੁਲਾਜ਼ਮ ਹੀ ਹੈ। ਅੱਜ ਮੁਹਿੰਮ ਚਲਾਈ ਸੀ, ਇਸ ਕਰਕੇ ਸਾਰੇ ਇਹ ਮੁਲਾਜ਼ਮ ਆਏ ਸੀਗੇ। ਨਹੀਂ ਤਾਂ ਸਾਡੇ 10 ਮੁਲਾਜ਼ਮ ਇੱਥੇ ਰੱਖੇ ਆ ਜਿਨ੍ਹਾਂ ਨੂੰ ਅਸੀਂ 30,000 ਰੁਪਈਆ ਮਹੀਨਾ ਦਿੰਦੇ ਆ, ਜਿਹੜੇ ਹਰ ਰੋਜ਼ ਸਫਾਈ ਕਰਦੇ ਆ। ਮੈਂ ਖੁਦ ਇਹਦੀ ਨਿਗਰਾਨੀ ਕਰਦਾ, ਨਿਗਰਾਨੀ ਕਰਕੇ ਜਿਵੇਂ ਇਹ ਬੱਸ ਸਟੈਂਡ 20 ਸਾਲ ਪੁਰਾਣਾ ਹੈ, ਜੋ ਇਹਦੇ 'ਚ ਸਫਾਈ ਆ ਤੁਸੀਂ ਅੰਦਰ ਜਾ ਕੇ ਵੇਖ ਲਓ। ਮੈਨੂੰ ਉਮੀਦ ਆ ਵੀ ਕਿਸੇ ਹੋਰ ਬੱਸ ਸਟੈਂਡ ਦੀ ਇੰਨੀ ਸਫਾਈ ਨਹੀਂ ਹੋਣੀ। ਭਾਈ ਬਿਆਨ ਚ ਪਹੁੰਚੇ ਕੀ ਕਹਿਣਾ? ਦੇਖੋ, ਅੱਜ ਮੈਂ ਸਫਾਈ ਮੁਹਿੰਮ 'ਚ ਪਹੁੰਚਿਆ ਕਿਉਂਕਿ ਇਸ ਜ਼ਿਲ੍ਹੇ ਦੇ ਜੰਪਲ, ਇਸ ਸ਼ਹਿਰ ਦੇ ਜੰਪਲ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਟਰਾਂਸਪੋਰਟ ਮੰਤਰੀ ਬਣੇ ਆ, ਉਹਨਾਂ ਦੀ ਰਾਤ ਕਾਲ ਸੀ ਕਿ ਵੀ ਬੱਸ ਸਟੈਂਡਾਂ ਦੀ ਸਫਾਈ ਕੀਤੀ ਜਾਵੇ। ਮੈਂ ਇਸ ਕਰਕੇ ਪਹੁੰਚਿਆ ਕਿ ਬੱਸ ਸਟੈਂਡਾਂ ਦੀ ਵੀ ਸਫਾਈ ਹੋਣੀ ਚਾਹੀਦੀ ਹੈ ਤੇ ਸ਼ਹਿਰ ਦੀ ਵੀ ਸਫਾਈ ਹੋਣੀ ਚਾਹੀਦੀ ਹੈ ਔਰ ਨਗਰਾਂ ਦੀ ਵੀ, ਸਾਰਿਆਂ ਦੀ ਸਫਾਈ ਹੋਣੀ ਚਾਹੀਦੀ। ਮੈਂ ਉਹਦੇ ਵਿੱਚ ਆਪਦਾ ਹਿੱਸਾ ਪਾਉਣ ਵਾਸਤੇ ਸਫਾਈ ਮੁਹਿੰਮ ਦੇ ਵਿੱਚ ਪਹੁੰਚਿਆ। ਤੁਹਾਨੂੰ ਲੱਗਦਾ ਹੈ ਕਿ ਇਸੇ ਤਰ੍ਹਾਂ ਜਾਰੀ ਰਹੇਗੀ ਸਫਾਈ? ਬਿਲਕੁਲ ਜੀ, ਜਿਸ ਤਰ੍ਹਾਂ GM ਸਾਹਿਬ ਨੇ ਔਰ ਠੇਕੇਦਾਰ ਸਾਹਿਬ ਨੇ ਔਰ ਪ੍ਰਧਾਨ ਜੀ ਉਹਨਾਂ ਨੇ ਸਾਰਿਆਂ ਨੇ ਦੱਸਿਆ ਹੈ ਕਿ ਇਹ ਸਫਾਈ ਲਗਾਤਾਰ ਕੀਤੀ ਜਾਊਗੀ, ਕਿਉਂਕਿ ਸਫਾਈ ਬੜੀ ਜ਼ਰੂਰੀ ਹੈ। ਚਾਹੇ ਉਹ ਬੱਸ ਸਟੈਂਡ ਦੀਆਂ ਸੜਕਾਂ ਦੀ ਹੋਵੇ, ਚਾਹੇ ਬਾਥਰੂਮ ਦੀ ਹੋਵੇ, ਚਾਹੇ ਆਲੇ ਦੁਆਲੇ ਦੀ ਹੋਵੇ, ਸਫਾਈ ਹੋਣਾ ਸਭ ਤੋਂ ਵੱਧ ਜ਼ਰੂਰੀ ਹੈ। ਬਾਕੀ ਟਰਾਂਸਪੋਰਟ ਮੰਤਰੀ ਦਾ ਬੜਾ ਫੋਕਸ ਹੈ, ਚਾਹੇ ਉਹ ਬੱਸਾਂ ਪ੍ਰਤੀ ਹੈ, ਚਾਹੇ ਸਵਾਰੀਆਂ ਪ੍ਰਤੀ ਹੈ, ਚਾਹੇ ਸਫਾਈ ਪ੍ਰਤੀ ਹੈ। ਉਹ ਬੜਾ ਫੋਕਸ ਕਰ ਰਿਹਾ ਕਿ ਜਿਹੜਾ ਮੈਨੂੰ ਮਹਿਕਮਾ ਮਿਲਿਆ ਟਰਾਂਸਪੋਰਟ ਮਹਿਕਮਾ, ਉਹਦੇ ਵਿੱਚ ਕਿਤੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਾ ਵਰਤੀ ਜਾਵੇ, ਹਰ ਚੀਜ਼ ਦਾ ਧਿਆਨ ਰੱਖਿਆ ਜਾਵੇ। ਤੁਹਾਨੂੰ ਕੀ ਲੱਗਦਾ ਬੱਸ ਸਟੈਂਡ ਵਿੱਚ ਸਫਾਈ ਨਾ ਹੋਣਾ ਕਿਸ ਨੂੰ ਜਿਹੜਾ ਜ਼ਿੰਮੇਵਾਰ ਸਮਝਦੇ? ਨਹੀਂ, ਦੇਖੋ, ਜ਼ਿੰਮੇਵਾਰ ਕਿਸੇ ਨੂੰ ਨਹੀਂ ਸਮਝਦੇ, ਕਿਉਂਕਿ ਬੱਸ ਸਟੈਂਡ 'ਚ ਮੈਂ ਵੀ ਕਾਫੀ ਵਾਰੀ ਮੇਰਾ ਆਉਣਾ ਜਾਣਾ ਬਣਦਾ। ਬੱਸ ਸਟੈਂਡ ਦੂਸਰੇ ਬੱਸ ਸਟੈਂਡਾਂ ਨਾਲੋਂ, ਦੂਸਰੇ ਸ਼ਹਿਰਾਂ ਦੇ ਬੱਸ ਸਟੈਂਡਾਂ ਨਾਲੋਂ ਇਹ ਬੱਸ ਸਟੈਂਡ ਕਾਫੀ ਚੰਗਾ ਹੈ ਔਰ ਸਾਫ਼ ਸੁਥਰਾ ਹੈ। ਔਰ ਜਿਸ ਤਰ੍ਹਾਂ GM ਸਾਹਿਬ ਨੇ ਦੱਸਿਆ ਵੀ ਸੜਕ ਦੇ ਮੁਕਾਬਲੇ ਬੱਸ ਸਟੈਂਡ ਬਹੁਤ ਨੀਵਾਂ ਬਣਿਆ। ਜਦੋਂ ਬਾਰਿਸ਼ ਹੁੰਦੀ ਹੈ, ਬਾਰਿਸ਼ ਦੇ ਨਾਲ ਬੱਸ ਸਟੈਂਡ ਦੀ ਹਾਲਤ ਥੋੜ੍ਹੀ ਖਰਾਬ ਹੋ ਜਾਂਦੀ ਹੈ। GM ਸਾਹਿਬ ਨੇ ਔਰ ਠੇਕੇਦਾਰ ਸਾਹਿਬ ਨੇ ਦੱਸਿਆ ਵੀ ਇਹਨਾਂ ਦਾ ਟੈਂਡਰ ਅਸੀਂ ਭੇਜਿਆ ਹੋਇਆ, ਪਰ ਹੁਣ ਤਾਂ ਸਾਨੂੰ ਇਸ ਗੱਲ ਦੀ ਪੂਰਨ ਉਮੀਦ ਹੈ ਕਿਉਂਕਿ ਟਰਾਂਸਪੋਰਟ ਮੰਤਰੀ ਇਸੇ ਸ਼ਹਿਰ ਦੇ ਬਣੇ ਆ ਔਰ ਅਸੀਂ ਜਲਦੀ ਜੋ ਟੈਂਡਰ ਤਾਂ ਹੈਗਾ ਪੈਸਾ ਲੱਗਣ ਵਾਲਾ, ਉਹ ਅਸੀਂ ਮਨਜ਼ੂਰ ਕਰਾ ਕੇ ਜੋ ਅਧੂਰੇ ਕੰਮ ਹੈ ਅਸੀਂ ਉਹ ਕੰਪਲੀਟ ਕਰਾਵਾਂਗੇ। ਭਾਜੀ ਕੀ ਨਾ? ਮੇਰਾ ਨਾਮ ਤਰਸੀਮ ਸਿੰਘ ਹੈ, ਮੈਂ ਜਨਰਲ ਸਕੱਤਰ ਪਣ ਬੱਸ ਯੂਨੀਅਨ ਸ਼੍ਰੀ ਮੁਕਤਸਰ ਸਾਹਿਬ ਤੋਂ। ਅੱਜ ਸਫਾਈ ਮੁਹਿੰਮ ਸ਼ੁਰੂ ਹੋਈ ਹੈ ਬੱਸ ਸਟੈਂਡ ਦੇ ਵਿੱਚ, ਕੀ ਕਹਿਣਾ ਚਾਹੋਗੇ? ਟਰਾਂਸਪੋਰਟ ਮੰਤਰੀ ਸਾਹਿਬ ਨੇ ਜਿਹੜੇ ਹੁਕਮ ਕੀਤੇ ਆ ਕਿ ਬੱਸ ਸਟੈਂਡਾਂ ਵਿੱਚ ਜਿਹੜੀ ਸਾਫ਼ ਸਫਾਈ ਹੋਵੇ, ਜਿਵੇਂ ਵਰਕਸ਼ਾਪ ਦੇ ਅੰਦਰ ਡਿਪੂਆਂ ਦੇ ਜਿਹੜੇ ਹੈਗੀ ਉਹਨਾਂ ਨੂੰ ਸੁਧਾਰਨ ਦੇ ਲਈ ਯਤਨ ਕੀਤੇ ਜਾਂਦੇ ਆ। ਉਹਦੇ ਵਾਸਤੇ ਸਾਡੇ ਜਿਹੜੇ ਮਾਨਯੋਗ GM ਸਾਹਿਬ, ਸਾਡੇ ਜਸਵਿੰਦਰ ਸਿੰਘ ਚਹਿਲ ਸਾਹਿਬ, ਇਹਨਾਂ ਔਰ ਜਿਹੜੇ ਸਾਡੇ AME ਸਾਹਿਬ ਨੇ ਨਾਲ ਵਰਕਸ ਮੈਨੇਜਰ ਨੇ HM ਸਾਹਿਬ, ਸਾਰੇ ਸਹਿਯੋਗ ਕਰ ਰਹੇ ਆ। ਔਰ ਜਿਹੜੀ GM ਸਾਹਿਬ ਨੇ ਅੱਜ ਅਪੀਲ ਵੀ ਕੀਤੀ ਹੈ ਠੇਕੇਦਾਰ ਸਾਹਿਬ ਨੂੰ ਵੀ ਔਰ ਸਮੂਹ ਜਿਹੜੇ ਆਪਣੇ ਵਰਕਰ ਕਹਿ ਲਈਏ ਜਾਂ ਮੈਨੇਜਮੈਂਟ ਦੇ ਨਾਲ ਸੰਬੰਧਿਤ ਅਧਿਕਾਰੀ ਸਾਰਿਆਂ ਨੂੰ ਇਹੀ ਹੈ ਕਿ ਜਿਹੜੀ ਆਪਣੇ ਬੱਸ ਸਟੈਂਡ ਦੀ ਹਾਲਤ, ਜਿਹੜਾ ਆਪਣਾ ਆਲਾ ਦੁਆਲਾ, ਕਿਉਂਕਿ ਆਪਾਂ ਸਾਰਾ ਦਿਨ ਇਹਦੇ ਵਿੱਚ ਵਿਚਰਨਾ ਆਉਣਾ ਜਾਣਾ ਕਾਫੀ ਇਹਦੇ ਵਿੱਚ ਰਹਿੰਦਾ ਆਪਣਾ, ਉਹਦੇ ਕਰਕੇ ਜੇ ਆਪਾਂ ਆਪਣੇ ਘਰ ਦੇ ਵਿੱਚ ਸਫਾਈ ਨਾ ਹੋਊਗੀ ਤਾਂ ਆਪਾਂ ਦੂਜੇ ਨੂੰ ਇਹ ਗੱਲ ਦੀ ਨਸੀਹਤ ਦਿਆਂ ਕਿ ਸਫਾਈ ਰੱਖੋ ਜਾਂ ਕਰੋ, ਤਾਂ ਉਹ ਵਧੀਆ ਨਹੀਂ ਹੈਗਾ। ਸਭ ਤੋਂ ਪਹਿਲਾਂ ਆਪਾਂ ਆਪਦੇ ਘਰ ਤੋਂ ਸ਼ੁਰੂ ਕਰੀਏ, ਆਪਣੀ ਵਰਕਸ਼ਾਪ ਤੋਂ, ਆਪਣੇ ਬੱਸ ਸਟੈਂਡ ਤੋਂ ਸ਼ੁਰੂ ਕਰੀਏ। ਅਸੀਂ ਧੰਨਵਾਦੀ ਹਾਂ ਜਨਰਲ ਮੈਨੇਜਰ ਜੀ ਦੇ, ਚਹਿਲ ਸਾਹਿਬ ਦੇ ਔਰ ਟਰਾਂਸਪੋਰਟ ਮੰਤਰੀ ਜੀ ਦੇ, ਜਿਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਕਿਉਂਕਿ ਜੇ ਇੱਥੋਂ ਆਪਾਂ ਸਾਫ਼ ਸਫਾਈ ਰੱਖਾਂਗੇ ਤਾਂ ਜਿਵੇਂ ਡੇਂਗੂ ਦਾ ਖਤਰਾ ਹੁੰਦਾ ਜਾਂ ਹੋਰ ਕੋਈ ਭਿਆਨਕ ਬਿਮਾਰੀਆਂ ਫੈਲਦੀਆਂ ਗੰਦਗੀ ਦੇ ਕਾਰਨ, ਉਹਨਾਂ ਤੋਂ ਛੁਟਕਾਰਾ ਹੋਊਗਾ। ਔਰ ਜਿਹੜੀ ਇਹਦੀ ਦੇਖ ਰੇਖ ਆ ਜਿਹੜੀ ਉਹ ਸਹੀ ਢੰਗ ਨਾਲ ਠੇਕੇਦਾਰ ਸਾਹਿਬ ਨੂੰ ਕਰਨ ਦੀ ਜਨਰਲ ਮੈਨੇਜਰ ਜੀ ਵੱਲੋਂ ਹਦਾਇਤ ਕਰ ਦਿੱਤੀ ਗਈ ਹੈ। ਸੋ ਸਾਡਾ ਆਲਾ ਦੁਆਲਾ ਸਾਫ਼ ਹੋਊਗਾ ਤਾਂ ਜਿਹੜਾ ਸਾਨੂੰ ਇਹਦੇ 'ਚ ਫਾਇਦਾ ਹੋਊਗਾ ਜਿਹੜਾ ਇਹਦੇ 'ਚ। ਹਾਂਜੀ ਪ੍ਰਧਾਨ ਜੀ, ਅੱਜ ਬੱਸ ਸਟੈਂਡ ਦੀ ਸਫਾਈ ਮੁਹਿੰਮ ਸ਼ੁਰੂ ਕਰਾਈ ਗਈ ਹੈ। ਪਹਿਲਾਂ ਨਹੀਂ ਕਦੇ ਇਸ ਤਰ੍ਹਾਂ ਦਾ ਹੋਇਆ। ਮੰਤਰੀ ਸਾਹਿਬ ਵੱਲੋਂ ਇੱਕ ਆਦੇਸ਼ ਜਾਰੀ ਹੋਇਆ ਕਿ ਸਾਰੇ ਪੰਜਾਬ ਦੇ ਬੱਸ ਸਟੈਂਡਾਂ ਦੀ ਸਫਾਈ ਕਰਾਈ ਜਾਵੇ, ਕੀ ਕਹਿਣਾ ਚਾਹੁੰਦੇ? ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਮੰਤਰੀ ਸਾਹਿਬ ਰਾਜਾ ਵੜਿੰਗ ਜੀ, ਉਹਨਾਂ ਦੇ ਦੇਸ਼ਾਂ ਅਨੁਸਾਰ ਉਹਨਾਂ ਦੇ ਦਿਲ 'ਚ ਇੱਛਾ ਕਿ ਸਾਰੇ ਪੰਜਾਬ ਨੂੰ ਸਾਫ਼ ਸੁਥਰਾ ਰੱਖਣਾ। ਔਰ ਮੰਤਰੀ ਸਾਹਿਬ ਦਾ ਸਪੈਸ਼ਲ ਹੁਕਮ ਹੋਇਆ ਸਾਨੂੰ ਕਿ ਜਿੰਨੇ ਵੀ ਬੱਸ ਸਟੈਂਡ ਆ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਟਰਾਂਸਪੋਰਟ ਮੰਤਰੀ ਆ, ਇਹਨਾਂ ਨੂੰ ਵੱਧ ਤੋਂ ਵੱਧ ਸੁੰਦਰ ਬਣਾਇਆ ਜਾਵੇ ਔਰ ਜਿੰਨੀ ਵੀ ਵੱਧ ਤੋਂ ਸਫਾਈ ਹੋ ਸਕੇ ਸਫਾਈ ਕਰਨੀ ਚਾਹੀਦੀ ਇਹਨਾਂ ਦੀ। ਅਸੀਂ ਪੂਰੀ ਟੀਮ, ਮੇਰੇ ਨਾਲ ਮੀਤ ਪ੍ਰਧਾਨ ਕੰਗ ਸਾਹਿਬ ਵੀ ਆ, ਬਰਾੜ ਸਾਹਿਬ ਵੀ ਬਿਨਾਂ ਹੋਰ ਹੀ ਟੀਮ ਇੱਥੇ ਹੈਗੀ ਆ। ਅੱਜ ਅਸੀਂ ਇਹ ਪਰਨ ਕਰਨ ਲੱਗੇ ਹਾਂ ਕਿ ਬੱਸ ਸਟੈਂਡ ਤੋਂ ਇਲਾਵਾ ਵੀ ਕੱਲ੍ਹ ਵੀ ਸ਼ਹਿਰ ਦੀ ਸਫਾਈ ਕਰਾਈ। ਕੋਟਪੁਰ ਰੋਡ 'ਤੇ ਸਫਾਈ ਦੀ ਮੁਹਿੰਮ ਜਿਹੜੀ ਆ ਉਹ ਜ਼ਰੂਰੀ ਆ। ਔਰ ਅਸੀਂ ਹੋ ਸਕਦਾ ਤੁਹਾਨੂੰ 5-4 ਮਹੀਨਿਆਂ 'ਚ ਅਸੀਂ ਮੁਕਤਸਰ ਦੇ ਸੋਲਰ ਵੇਸਟ ਮਸ਼ੀਨ ਅਸੀਂ ਮਨਜ਼ੂਰ ਕਰਾਈ ਅਸੀਂ,
ਉਹ 3-4 ਮਹੀਨਾ ਜੋ ਉਹਦਾ ਪਟੀਸ਼ਨ ਬਣ ਕੇ ਕਨੈਕਸ਼ਨ ਲੈ ਕੇ ਉਹ ਤਿਆਰ ਹੋ ਜਾਊਗਾ ਔਰ ਜਿੰਨੇ ਵੀ ਇਹ ਡੰਪ ਡੇਲੀ ਚੱਕੇ ਜਾਣਗੇ ਔਰ ਸਾਰੀ ਸਫਾਈ ਸ਼ਹਿਰ ਦੀ ਕੂੜਾ ਸਾਰਾ ਖਤਮ ਕਰ ਦਾਂਗੇ 6-7 ਮਹੀਨੇ ਦਾ। ਤੁਹਾਨੂੰ ਨਹੀਂ ਲੱਗਦਾ ਮੰਤਰੀ ਸਾਹਿਬ ਦੇ ਕਹਿਣ ਤੇ ਹੀ ਹੁਣ ਜਿਹੜੀ ਸਫਾਈ ਅਭਿਆਨ ਸ਼ੁਰੂ ਹੋਇਆ, ਜਿਹੜਾ ਪਹਿਲਾਂ ਅਧਿਕਾਰੀ ਸੁੱਤੇ ਨਜ਼ਰ ਆਉਂਦੇ ਕਿਉਂਕਿ ਦੇਖੋ ਸਫਾਈ ਦਾ ਸ਼ਹਿਰ ਦੀ ਸਫਾਈ ਦੀ ਸੜਕਾਂ ਅਸੀਂ ਕਰੀ ਜਾਂਦੇ ਆ, ਬਾਕੀ ਹੁਣ ਬੱਸ ਸਟੈਂਡ ਵਿੱਚ ਸਾਨੂੰ ਸਪੈਸ਼ਲ ਦਿੱਤਾ ਹੋਈਆਂ, ਅਸੀਂ ਇਹਦਾ ਵੀ ਖਿਆਲ ਰੱਖਾਂਗੇ, ਜੋ ਮੰਤਰੀ ਸਾਹਿਬ ਦਾ ਹੁਕਮ ਅਸੀਂ ਮੰਨਾਂਗੇ। ਪਹਿਲਾਂ ਵੀ ਸਰਕਾਰਾਂ ਦੇ ਵੱਲੋਂ ਸਫਾਈ ਕਰਨ ਵਾਲੀਆਂ ਮਸ਼ੀਨਾਂ ਜਾਰੀ ਹੋਈਆਂ ਨੇ, ਲੇਕਿਨ ਉਹ ਨਗਰ ਕੌਂਸਲ ਦੇ ਵਿੱਚ ਹੀ ਖੜੀਆਂ ਨੇ, ਕਦੇ ਉਹਨਾਂ ਦੀ ਇਸਤੇਮਾਲ 1-2 ਵਾਰੀ ਕੀਤਾ ਗਿਆ, ਲੇਕਿਨ ਉਸ ਤੋਂ ਬਾਅਦ ਉਹਨਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ। ਕੱਲ ਵੀ ਇਸਤੇਮਾਲ ਕੀਤਾ ਸੀ ਕੋਟੂਮਾ ਰੋਡ ਤੇ, ਕਾਫੀ ਸਮੇਂ ਬਾਅਦ ਕੀਤਾ ਗਿਆ। ਨਹੀਂ ਜਿੱਥੇ ਲਗਾਤਾਰ ਤਾਂ ਨਹੀਂ ਕੀਤਾ ਜਾ ਰਿਹਾ। ਨਹੀਂ ਅਸੀਂ ਬਹੁਤ ਵਾਰੀ ਕੀਤਾ ਜੀ, ਇੱਥੇ ਫੋਗ ਮਸ਼ੀਨ ਸਾਡੀ ਚੱਲੀ ਜਾਂਦੀ ਹੈ, ਸਫਾਈ ਮਸ਼ੀਨਾਂ ਚੱਲੀ ਜਾਂਦੀ ਹੈ, ਬਕਾਇਦਾ ਅਸੀਂ ਆਪ ਜਾ ਕੇ ਸਫਾਈ ਕਰਵਾਉਂਦੇ। ਪ੍ਰੋਗਰਾਮ ਰੱਖਿਆ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ, ਕੀ ਕਹਿਣਾ? ਦੇਖੋ ਜੀ, ਪੰਜਾਬ ਸਰਕਾਰ ਤੇ ਮਾਨਯੋਗ ਟਰਾਂਸਪੋਰਟ ਮੰਤਰੀ ਸ਼੍ਰੀ ਰਾਜਾ ਵੜਿੰਗ ਜੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਅੱਜ ਬੱਸ ਸਟੈਂਡਾਂ ਦੀ ਜਿਹੜੀ ਜਿੱਥੇ ਵੀ ਪੰਜਾਬ ਦੇ ਵਿੱਚ ਬੱਸ ਸਟੈਂਡ ਆ ਉਹਦੀ ਸਫਾਈ ਦੀ ਮੁਹਿੰਮ ਚਲਾਈ ਗਈ ਹੈ। ਮੰਤਰੀ ਸਾਹਿਬ ਅੱਜ ਆਪ ਲੁਧਿਆਣਾ ਇਸ ਮੁਹਿੰਮ ਨੂੰ ਸਕਸੈਸ ਕਰਨ ਲਈ ਆਪ ਪਹੁੰਚੇ ਲੁਧਿਆਣਾ, ਤੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਹੋਰ ਵੀ ਬਹੁਤ ਪਤਵੰਤੇ ਸੱਜਣ ਪਹੁੰਚੇ ਹੈ ਜਿਹੜੇ ਕਿ ਸਾਫ਼ ਸਫਾਈ ਦੀ ਮੁਹਿੰਮ ਨੂੰ ਜਿਹੜਾ ਅੱਗੇ ਲੈ ਕੇ ਜਾਣਗੇ। ਤੇ ਸਰਕਾਰ ਵੱਲੋਂ ਆਦੇਸ਼ ਹੋਇਆਗਾ ਤੇ ਮੰਤਰੀ ਜੀ ਵੱਲੋਂ ਆਦੇਸ਼ ਹੋਇਆ ਕਿ ਮੁਕਤਸਰ ਜਿਹੜਾ ਉਹਨਾਂ ਦਾ ਗ੍ਰਹਿ ਜ਼ਿਲ੍ਹਾ ਹੈ, ਇੱਥੇ ਵੀ ਸਫਾਈ ਦੀ ਮੁਹਿੰਮ ਬਲਕਿ ਉਸ ਤੋਂ ਵੀ ਜ਼ਿਆਦਾ ਚੰਗੀ ਤਰੀਕੇ ਨਾਲ ਕੀਤੀ ਜਾਣੀ ਬਣਦੀ ਹੈ। ਇਹ ਸਾਡੀ ਮੁੱਢਲੀ ਫਰਜ਼ ਵੀ ਹੈ ਤੇ ਲੋਕਾਂ ਨੂੰ ਸਹੂਲਤ ਦੇਣਾ। ਰੋਡਵੇਜ PRTC ਵੱਲੋਂ ਜਿਹੜੇ ਸਰਕਾਰੀ ਬੱਸਾਂ ਉਹ ਵੀ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਸੀਂ ਦੇ ਰਹੇ ਹਾਂਗੇ, ਤੇ ਜਿੰਨੇ ਵੀ ਟਰਾਂਸਪੋਰਟ ਮਹਿਕਮੇ 'ਚ ਕੋਈ ਸੁਧਾਰ ਲਿਆਉਣ ਦੀ ਗੱਲ ਹੈਗੀ ਹੈ ਉਹਨੂੰ ਅਸੀਂ ਸਿਰੇ ਚੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਤੇ ਉਸੇ ਤਹਿਤ ਹੀ ਅੱਜ ਇਹ ਜਿਹੜੇ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਮੁਕਤਸਰ ਬੱਸ ਸਟੈਂਡ ਦੀ, ਜਿੱਥੋਂ ਬੱਸਾਂ ਇਨ ਹੁੰਦੀਆਂ ਜਿੱਥੋਂ ਆਊਟ ਹੋਣਗੀਆਂ, ਟੋਟਲ 4 ਸ਼ਫੇਰਾ ਤੇ ਜਿੰਨਾ ਪਲੇਟਫਾਰਮ ਹੈ ਸਾਰੇ ਦੀ ਕੰਪਲੀਟ ਅਸੀਂ ਸਾਫ਼ ਸਫਾਈ ਕਰਾਂਗੇ। ਜਿਸ ਤਰ੍ਹਾਂ ਵੀ ਮੰਤਰੀ ਜੀ ਦੇ ਤੇ ਸਰਕਾਰ ਦੇ ਅਗਲੇ ਹੁਕਮ ਹੋਣਗੇ ਸਮੇਂ ਸਿਰ ਉਹਦੀ ਇੰਨ ਬਿੰਨ ਪਾਲਣਾ ਅਸੀਂ ਕਰਨਾ ਯਕੀਨੀ ਬਣਾਵਾਂਗੇ। ਇਸ ਦੇ ਤਹਿਤ ਜਿਹੜਾ ਇੱਕ ਸਰਕਾਰ ਵੱਲੋਂ ਪ੍ਰਾਈਵੇਟ ਆਪਰੇਟਰਸ ਜਿਹੜੇ ਹੈਗੇ ਆ ਤੇ ਬੇਰੁਜ਼ਗਾਰ ਆ, ਜਿਹੜੇ ਪਹਿਲਾਂ ਬੇਰੁਜ਼ਗਾਰ, ਠੀਕ ਹੈ ਜੀ, ਪਰਮਿਟਾਂ ਦਾ ਪਬਲੀਕੇਸ਼ਨ ਨੋਟੀਫਿਕੇਸ਼ਨ ਕੀਤਾ ਗਿਆ ਗਾ, ਉਹਦੇ ਵਿੱਚ 50% ਸ਼ੇਅਰ ਸਰਕਾਰੀ ਤੇ ਪ੍ਰਾਈਵੇਟ ਜਿਹੜੇ ਬੇਰੁਜ਼ਗਾਰ ਹੈ ਉਹਨਾਂ ਪਬਲਿਸ਼ ਕੀਤਾ, ਜਿਹਦੀ ਕਿ ਲਾਸਟ ਡੇਟ 7 ਤਰੀਕ ਹੈਗੀ। ਜਿਹੜਾ ਵੀ ਬੇਰੁਜ਼ਗਾਰ ਪੜ੍ਹਿਆ ਲਿਖਿਆ ਇਹ ਸਮਝਦਾ ਕਿ ਉਹ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਹੈ, ਇਸ ਫੀਲਡ ਦੇ ਵਿੱਚ ਕਾਮਯਾਬ ਹੋ ਸਕਦਾ, ਉਹਨੂੰ ਮਾੜੀ ਮੋਟੀ ਇਸ ਫੀਲਡ ਦੀ ਟਰਾਂਸਪੋਰਟ ਮਹਿਕਮੇ ਦੀ ਸਮਝ ਹੈ ਤਾਂ ਉਹ ਪਰਮਿਟ ਵੀ ਲੈ ਸਕਦਾ, ਅਪਲਾਈ ਕਰ ਸਕਦਾ। ਤੇ ਸੰਬੰਧਿਤ ਜੇ ਉਹਨੂੰ ਕੋਈ ਦਿੱਕਤ ਆਉਂਦੀ ਹੈ ਅਪਲਾਈ ਕਰਨ ਦੇ ਵਿੱਚ ਤਾਂ ਉਹ ਸਾਡੇ ਦਫ਼ਤਰ ਵਿੱਚ ਵੀ ਪਹੁੰਚ ਸਕਦਾ। ਤੇ RTA ਦਫ਼ਤਰ ਜਿਹੜੇ ਫਰੀਦਕੋਟ ਹੈ, ਫਿਰੋਜ਼ਪੁਰ, ਕੰਸਰਨਡ RTA ਸਾਰੇ ਪੰਜਾਬ ਦੇ ਵਿੱਚ ਪਰਮਿਟ ਦਿੱਤੇ ਜਾਣੇ ਹੈਗੇ ਤੇ ਉੱਥੇ ਜਾ ਕੇ ਸੰਪਰਕ ਕਰ ਸਕਦਾ। ਰੋਡਵੇਜ਼ ਦੇ ਜਿੰਨੇ ਵੀ ਅਧਿਕਾਰੀ ਹੈ, GMs ਹੈ, ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਉੱਥੇ ਦਫ਼ਤਰ ਦੇ ਵਿੱਚ ਵੀ ਕੰਸਰਨ GM ਨੂੰ ਵੀ ਮਿਲਿਆ ਜਾ ਸਕਦਾ ਹੈ ਇਸ ਸੰਬੰਧ ਦੇ ਵਿੱਚ, ਕਿ ਤਾਂ ਕਿ ਬੇਰੁਜ਼ਗਾਰਾਂ ਨੂੰ ਜਿਹੜਾ ਹੈਗਾ ਕਿ ਵੱਧ ਤੋਂ ਵੱਧ ਰੋਜ਼ਗਾਰ ਪ੍ਰਦਾਨ ਕੀਤਾ ਜਾ ਸਕੇ। ਗੱਲ ਰਹਿ ਗਈ ਸਫਾਈ ਦੀ, ਇਹਨੂੰ ਅਸੀਂ ਬਹੁਤ ਸਿਰਫ ਇੱਕ ਦਿਨ ਲਈ ਨਹੀਂ, ਹਮੇਸ਼ਾ ਇਹਨੂੰ ਲਗਾਤਾਰਤਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਠੇਕੇਦਾਰ ਸਾਹਿਬ ਨੂੰ ਕਿ ਇਹਨੂੰ ਆਪਾਂ ਸਿਰਫ ਇੱਕ ਇਹ ਨਾ ਕਰੀਏ ਕਿ ਇੱਕ ਦਿਨ ਵਾਸਤੇ ਕਰੀਏ, ਤੇ ਇਹਨੂੰ ਅਸੀਂ ਲਗਾਤਾਰਤਾ ਇਹਦੇ ਵਿੱਚ ਲਿਆਵਾਂਗੇ, ਰੋਜ਼ ਸਫਾਈ ਕਰਵਾਵਾਂਗੇ ਜਿੰਨੀ ਵੀ ਮੈਕਸਿਮਮ ਹੋ ਸਕੀ। ਤੁਸੀਂ ਦੇਖੋਗੇ ਕਿ ਇਹਦੇ ਵਿੱਚ ਜਿੰਨਾ ਵੀ ਸੁਧਾਰ ਮੈਕਸਿਮਮ ਸਾਡੇ ਲੈਵਲ ਤੇ ਹੋਊਗਾ ਤੇ ਉਹ ਕਰਵਾਵਾਂਗੇ। ਬਾਥਰੂਮ ਟਾਇਲਟ ਦਾ ਬੜਾ ਬੁਰਾ ਹਾਲ ਹੈ, ਜਿਹੜੀ ਗੱਲ ਕੀਤੀ ਨਵੇਂ ਬਣੇ ਮੰਤਰੀ ਵੱਲੋਂ ਹੁਣ ਹੁਕਮ ਕੀਤੇ ਸਫਾਈ ਦੇ, ਪਹਿਲਾਂ ਕਿਉਂ ਨਹੀਂ ਇਸ ਨੂੰ ਕੀਤਾ ਜਾਂਦਾ ਸੀ? ਦੇਖੋ ਜੀ, ਇਹਦਾ ਇਹ ਹੈ ਕਿ ਇਹ ਬੱਸ ਸਟੈਂਡ ਕਾਫੀ ਪੁਰਾਣਾ ਬਣਿਆ ਹੋਇਆ ਬੱਸ ਸਟੈਂਡ ਹੈ। ਇਹਦੇ ਵਿੱਚ PWD ਤੋਂ ਅਸੀਂ ਐਸਟੀਮੇਟ ਲਗਵਾ ਕੇ ਭੇਜ ਚੁੱਕੇ ਹਾਂ। ਇਹ ਸਰਕਾਰ ਦੇ ਵਿਚਾਰਾਂ ਅਧੀਨ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਬੱਸ ਸਟੈਂਡ ਮੇਨ ਸੜਕ ਨਾਲੋਂ ਨੀਵਾਂ ਹੈ, ਬਾਰਿਸ਼ਾਂ ਦੇ ਮੌਸਮ ਵਿੱਚ ਪਾਣੀ ਭਰ ਜਾਂਦਾ ਇੱਥੇ। ਆਹ ਰੋਡ ਜਿਹੜੀ ਆਪਾਂ ਇੱਥੇ ਖੜੇ ਹਾਂ ਇਹਦੇ ਉੱਤੇ ਲੰਘਣਾ ਵੀ ਮੁਸ਼ਕਲ ਹੋ ਜਾਂਦਾ। ਇਸ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਬਕਾਇਦਾ ਵਰਕਸ਼ਾਪ ਵੀ ਸਾਡੀ ਹੈਗੀ ਹੈ ਬੱਸ ਸਟੈਂਡ ਦੇ ਵਿੱਚ। ਜਿੰਨਾ ਵੀ ਇਹਦਾ ਕੋਈ ਕੰਮ ਹੋਣ ਵਾਲਾ ਉਹਦਾ ਸਾਰਾ PWD ਤੋਂ ਸਾਰਾ ਐਸਟੀਮੇਟ ਮੰਗ ਕੇ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਤੇ ਬਹੁਤ ਜਲਦੀ ਇਹਦੇ ਵਿੱਚ ਤੁਸੀਂ ਤਬਦੀਲੀ ਦੇਖੋ। ਸਰ, ਠੇਕੇਦਾਰ ਦੇ ਅਧੀਨ ਕੀ ਕੁਛ ਆਉਂਦਾ ਇੱਥੇ ਬੱਸ ਸਟੈਂਡ ਦੇ ਠੇਕੇਦਾਰ ਦੇ ਅਧੀਨ ਜਿੰਨਾ ਵੀ ਬੱਸ ਸਟੈਂਡ ਦਾ ਏਰੀਆ ਇਹ ਸਾਰਾ ਠੇਕੇਦਾਰ ਦੇ ਅਧੀਨ ਹੀ ਆਉਂਦਾ ਜੀ। ਅੱਡਾ ਫੀਸ ਹੋ ਗਈ, ਇਹਦੇ ਸ਼ਾਪਸ ਹੋ ਗਈਆਂ, ਜਿੰਨਾ ਵੀ ਹੈਗੇ ਦੇਖ ਰੇਖ 'ਚ ਸਾਡਾ ਪ੍ਰੋਪਰ ਇਹਨਾਂ ਨਾਲ ਐਗਰੀਮੈਂਟ ਹੋਇਆਗਾ। ਇਹ ਸਾਰਾ ਬੱਸ ਸਟੈਂਡ ਦੀ ਦੇਖ ਰੇਖ ਫਿਲਹਾਲ ਇਹੀ ਕਰ ਰਹੇ। ਸਫਾਈ ਦੀ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ? ਸਫਾਈ ਦੀ ਜ਼ਿੰਮੇਵਾਰੀ ਇਹਨਾਂ ਦੀ ਹੋਈ ਹੈ ਜੀ, ਠੇਕੇਦਾਰ ਦੀ ਹੈ ਨਾ। ਜੋ ਠੇਕੇਦਾਰ ਬੱਸ ਸਟੈਂਡ ਦੇਖ ਰਿਹਾ ਤਾਂ ਠੇਕੇਦਾਰ ਦੀ ਹੋਈ ਜ਼ਿੰਮੇਵਾਰੀ ਹੈਗੀ ਹੈ। ਅਸੀਂ ਇਹਨੂੰ ਸੁਪਰਵਿਜ਼ਨ ਏਜੰਸੀ ਹਾਂ ਅਸੀਂ, ਤੇ ਕਿਉਂਕਿ ਠੇਕੇਦਾਰ ਸਾਹਿਬ ਕਰਵਾ ਰਹੇ ਆ ਤੇ ਸਰਕਾਰ ਦੇ ਦਿਸ਼ਾ ਨਿਰਦੇਸ਼ ਸਾਡੀ ਪ੍ਰਾਪਰਟੀ ਹੈ, ਸਰਕਾਰ ਦੀ ਪ੍ਰਾਪਰਟੀ ਹੈ, ਉਹਦੀ ਦੇਖ ਰੇਖ ਕਰਨਾ ਸਾਡਾ ਫਰਜ਼ ਹੈ। ਤਾਂ ਕਰਕੇ ਅੱਜ ਵੀ ਮੈਂ ਠੇਕੇਦਾਰ ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਇਹਨੂੰ ਲਗਾਤਾਰ ਇਹਦੀ ਸਾਫ਼ ਸਫਾਈ ਕਰਵਾਈ ਜਾਵੇ।
ਲੇਕਿਨ ਮੰਤਰੀ ਸਾਹਿਬ ਵੱਲੋਂ ਤਾਂ ਕੱਲ ਪਰਸੋਂ ਦੇ ਵਿੱਚ ਹੀ ਇਹ ਆਦੇਸ਼ ਜਾਰੀ ਕੀਤੇ ਗਏ ਨੇ ਪੰਜਾਬ ਦੇ ਕੋਈ ਵੀ ਬੱਸ ਸਟੈਂਡ ਹੋਵੇ ਉਹਨੂੰ ਪੂਰਨ ਤੌਰ ਤੇ ਸਾਫ਼ ਸਫਾਈ ਰੱਖੀ ਜਾਵੇ, ਲੇਕਿਨ ਠੇਕੇਦਾਰੀ ਸਾਹਿਬ ਤਾਂ ਕਾਫੀ ਸਮੇਂ ਤੋਂ ਇੱਥੇ ਠੇਕੇਦਾਰੀ ਕਰਦੇ ਆ ਰਹੇ ਆ, ਉਦੋਂ ਨਹੀਂ ਧਿਆਨ ਦਿੱਤਾ ਗਿਆ ਕਿ ਨਹੀਂ, ਐਗਰੀਮੈਂਟ ਦੇ ਮੁਤਾਬਕ ਜਿੰਨਾ ਵੀ ਐਗਰੀਮੈਂਟ ਸੀਗਾ, ਠੀਕ ਹੈ ਜੀ, ਉਸ ਮੁਤਾਬਕ ਸਫਾਈ ਇਹਨਾਂ ਨੇ ਕਰਮਚਾਰੀ ਰੱਖੇ ਹੋਏ ਹੈਗੇ। ਸਾਫ਼ ਸਫਾਈ ਇਹਦੇ ਵਿੱਚ ਅਸੀਂ ਟਾਈਮ ਟੂ ਟਾਈਮ ਜਿਹੜਾ ਹੈਗਾ ਇਹਨਾਂ ਨੂੰ ਇਹ ਗੱਲ ਕਹਿੰਦੇ ਵੀ ਹੈ ਕਿ ਜੇ ਕਿਤੇ ਵੀ ਸਾਡੇ ਧਿਆਨ ਦੇ ਵਿੱਚ ਆਉਂਦਾ ਗਾ ਤੇ ਅਸੀਂ ਇਹਨਾਂ ਨੂੰ ਉਹਦੀ ਰਿਟਨ ਦੇ ਵਿੱਚ ਨੋਟਸ ਦਿੰਦੇ ਆ ਕਿ ਫਲਾਨੀ ਜਗ੍ਹਾ ਗੰਦ ਪਿਆ ਹੈ ਜਾਂ ਇਸ ਤਰ੍ਹਾਂ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਉਹ ਇਹਨਾਂ ਨੂੰ ਟਾਈਮ ਟੂ ਟਾਈਮ ਅਸੀਂ ਦੱਸਦੇ ਹਾਂ। ਤੇ ਹੁਣ ਵੀ ਇਹਨਾਂ ਨੂੰ ਇਹ ਹਦਾਇਤ ਵੀ ਮੈਂ ਪਹਿਲਾਂ ਵੀ ਕਰਕੇ ਹਟਿਆ ਤੇ ਹੁਣ ਵੀ ਕਰਾਂਗਾ ਕਿ ਬੱਸ ਸਟੈਂਡ ਦੀ ਜਿਹੜੀ ਸਾਫ਼ ਸਫਾਈ ਉਹਨੂੰ ਮੁਕੰਮਲ ਕੀਤਾ ਜਾਵੇ, ਪੂਰਾ ਸਹੀ ਢੰਗ ਨਾਲ ਕੀਤਾ ਜਾਵੇ। Please like, subscribe and share this channel GM7 News.